ਮੇਰਾ ਪਤੀ ਮੇਰੇ ਨਾਲੋਂ 18 ਸਾਲ ਵੱਡਾ ਸੀ। ਇੱਕ ਦਿਨ ਉਸ ਦਾ ਬੀਪੀ ਬਹੁਤ ਵੱਧ ਗਿਆ ਤੇ ਅਧਰੰਗ ਦਾ ਅਟੈਕ ਹੋ ਗਿਆ। ਉਹ ਮੰਜੇ ਤੇ ਪੈ ਗਏ ਤੇ ਹਮੇਸ਼ਾ ਸਟੋਰ ਰੂਮ ਵੱਲ ਇਸ਼ਾਰਾ ਕਰਦੇ ਸੀ। ਕੁਝ ਟਾਈਮ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਮਰਨ ਤੋਂ ਕੁਝ ਦਿਨ ਬਾਅਦ ਮੈਂ ਸਟੋਰ ਰੂਮ ਵਿੱਚ ਗਈ ਤੇ ਉੱਥੇ ਜੋ ਦੇਖਿਆ, ਮੇਰੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ, ਕਿਉਂਕਿ ਸਟੋਰ ਰੂਮ ਵਿੱਚ ਮੇਰੇ ਪਤੀ, ਮੇਰਾ ਨਾਮ ਦੀਪਿਕਾ ਹੈ ਤੇ ਮੈਂ ਬਹੁਤ ਸੋਹਣੀ ਸੀ। ਮੇਰਾ ਵਿਆਹ ਮੇਰੇ ਘਰਦਿਆਂ ਨੇ ਇੱਕ ਸਰਕਾਰੀ ਨੌਕਰੀ ਵਾਲੇ ਨਾਲ ਕਰਵਾ ਦਿੱਤਾ ਤੇ ਹੋਰ ਕੁਝ ਨਹੀਂ ਦੇਖਿਆ। ਉਹ ਮੇਰੇ ਨਾਲੋਂ 18 ਸਾਲ ਵੱਡਾ ਸੀ ਤੇ ਮੇਰੀ ਉਮਰ ਹਜੇ 20 ਸਾਲ ਸੀ। ਉਹ ਦੇਖਣ ਵਿੱਚ ਵੀ ਬੁੱਢਾ ਜਿਹਾ ਲੱਗਦਾ ਸੀ। ਜਦੋਂ ਅਸੀਂ ਦੋਨੋਂ ਇਕੱਠੇ ਤੁਰਦੇ ਸੀ ਤਾਂ ਲੋਕ ਸਮਝਦੇ ਸੀ ਕਿ ਮੈਂ ਉਹਨਾਂ ਦੀ ਕੁੜੀ ਹਾਂ। ਉਹ ਮੈਨੂੰ ਕਹਿੰਦੇ ਸੀ ਕਿ ਜ਼ਿਆਦਾ ਖਾਣਾ ਖਾਇਆ ਕਰ ਤਾਂ ਕਿ ਥੋੜੀ ਮੋਟੀ ਹੋ ਜਾਵੇਂ ਤੇ ਮੇਰੇ ਨਾਲ ਤੁਰਦੀ ਵਧੀਆ ਲੱਗੇ। ਉਹ ਰੋਜ਼ ਮੇਰੇ ਲਈ ਬਾਹਰ ਦਾ ਖਾਣਾ ਲੈ ਕੇ ਆਉਂਦੇ ਸੀ, ਬਰਗਰ, ਨਿਊਡਲ, ਪੀਜ਼ਾ, ਹੋਰ ਵੀ ਪਤਾ ਨਹੀਂ ਕੀ। ਉਹਨਾਂ ਨੂੰ ਤਾਂ ਸੀ ਕਿ ਮੈਂ ਜਲਦੀ ਕਿਸੇ ਵੀ ਤਰ੍ਹਾਂ ਮੋਟੀ ਹੋ ਜਾਵਾਂ, ਪਰ ਇਹ ਸਭ ਰੋਜ਼ ਖਾ ਕੇ ਮੇਰਾ ਪੇਟ ਖਰਾਬ ਰਹਿਣ ਲੱਗਾ ਸੀ ਤੇ ਮੈਂ ਇੱਕ ਦਿਨ ਖਾਣ ਤੋਂ ਮਨਾ ਕਰ ਦਿੱਤਾ, ਪਰ ਉਹ ਧੱਕੇ ਨਾਲ ਮੇਰੇ ਮੂੰਹ ਵਿੱਚ ਪਾਉਣ ਲੱਗ ਗਏ। ਮੈਂ ਗੁੱਸੇ ਵਿੱਚ ਬਰਗਰ ਚੁੱਕ ਕੇ ਪਰਾਂ ਮਾਰਿਆ ਤਾਂ ਉਹਨਾਂ ਨੇ ਮੇਰੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ ਤੇ ਬੋਲਿਆ, ਪੈਸਿਆਂ ਦਾ ਆਇਆ ਸੀ, ਫ੍ਰੀ ਦਾ ਨਹੀਂ ਜਿਹੜਾ ਚੁੱਕ ਕੇ ਸੁੱਟ ਦਿੱਤਾ। ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਿਆ ਕਿ ਉਹਨੂੰ ਆਪਣੇ ਪੈਸਿਆਂ ਦੀ ਫਿਕਰ ਆ, ਮੇਰੀ ਸਿਹਤ ਦਾ ਕੋਈ ਨਹੀਂ। ਉਸ ਦਿਨ ਤੋਂ ਬਾਅਦ ਉਹਨੇ ਮੇਰੇ ਤੇ ਹੱਥ ਚੁੱਕਣਾ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਬਿਲਕੁਲ ਵੀ ਇੱਜ਼ਤ ਨਹੀਂ ਦਿੰਦਾ ਸੀ ਤੇ ਨਾ ਹੀ ਕਦੇ ਕੋਈ ਪੈਸਾ ਦਿੰਦਾ ਸੀ ਤੇ ਮੈਨੂੰ ਕਹਿ ਦਿੱਤਾ ਕਿ ਆਪਣੇ ਖਰਚੇ ਲਈ ਨੌਕਰੀ ਕਰ ਲਾ। ਮੈਂ ਸਿਰਫ 12 ਤੱਕ ਹੀ ਪੜ੍ਹੀ ਸੀ, ਕੋਈ ਨੌਕਰੀ ਕਿੱਥੋਂ ਮਿਲਣੀ ਸੀ। ਫਿਰ ਕਿਸੇ ਵੀ ਤਰ੍ਹਾਂ ਕਰਕੇ ਮੈਂ ਫੈਕਟਰੀ ਵਿੱਚ ਕੰਮ ਲੱਭ ਲਿਆ ਤੇ ਆਪਣਾ ਖਰਚਾ ਆਪ ਚੁੱਕਣ ਲੱਗ ਪਈ। ਆਪਣੀ ਕਮਾਈ ਵਿੱਚੋਂ ਉਹ ਘਰ ਖਰਚ ਲਈ ਵੀ ਕੋਈ ਪੈਸਾ ਨਹੀਂ ਦਿੰਦਾ ਸੀ। ਮੇਰਾ ਪਤੀ ਹਰ ਛੋਟੀ ਗੱਲ ਤੇ ਲੜਾਈ ਝਗੜਾ ਕਰਦਾ ਸੀ, ਗੁੱਸੇ ਵਿੱਚ ਹੀ ਰਹਿੰਦਾ ਸੀ ਤੇ ਉਸਦਾ ਬੀਪੀ ਬਹੁਤ ਵਧਣ ਲੱਗ ਪਿਆ ਸੀ। ਇੱਕ ਦਿਨ ਮੈਂ ਸਬਜ਼ੀ ਬਣਾਈ ਤੇ ਉਹਨਾਂ ਨੇ ਰੋਟੀ ਵਾਲੀ ਪਲੇਟ ਚੁੱਕ ਕੇ ਕਮਰੇ ਵਿੱਚੋਂ ਬਾਹਰ ਮਾਰੀ ਤੇ ਉੱਚੀ ਗੁੱਸੇ ਵਿੱਚ ਬੋਲੇ, ਕੋਈ ਚੱਜ ਦੀ ਸਬਜ਼ੀ ਨਹੀਂ ਬਣਾ ਹੁੰਦੀ ਸੀ। ਮੈਂ ਵੀ ਗੁੱਸੇ ਵਿੱਚ ਕਹਿ ਦਿੱਤਾ, ਜੋ ਖਾਣਾ ਹੁੰਦਾ ਲੈ ਆਇਆ ਕਰੋ, ਮੇਰੇ ਕੋਲ ਐਨੇ ਪੈਸੇ ਨਹੀਂ ਹੈ ਕਿ ਤੁਹਾਨੂੰ ਰੋਜ਼ ਨਵੇਂ ਪਕਵਾਨ ਬਣਾ ਕੇ ਦੇਵਾਂ। ਮੇਰਾ ਇੰਨਾ ਕਹਿੰਦੇ ਹੀ ਉਸਦਾ ਗੁੱਸਾ 7ਵੇਂ ਅਸਮਾਨ ਤੇ ਚਲਾ ਗਿਆ ਤੇ ਬੋਲਿਆ, ਕੁੱਤੀਏ ਜਨਾਨੀਏ, ਤੇਰੀ ਇੰਨੀ ਹਿੰਮਤ ਕਿ ਤੂੰ ਮੇਰੇ ਨਾਲ ਜ਼ੁਬਾਨ ਲੜਾਵੇਂ, ਹੁਣੇ ਨਿਕਲ ਜਾ ਮੇਰੇ ਘਰ ਵਿੱਚੋਂ। ਤੇ ਉਹਨੂੰ ਯਕਦਮ ਦੌਰਾ ਪੈ ਗਿਆ ਤੇ ਉਹ ਜ਼ਮੀਨ ਤੇ ਡਿੱਗ ਗਿਆ। ਮੈਨੂੰ ਕੁਝ ਪਤਾ ਨਾ ਲੱਗਾ ਕਿ ਹੁਣ ਕੀ ਕਰਾਂ। ਫਿਰ ਮੈਂ ਕਿਸੇ ਤਰ੍ਹਾਂ ਹਿੰਮਤ ਕਰਕੇ ਹਸਪਤਾਲ ਲੈ ਗਈ। ਡਾਕਟਰ ਨੇ ਦੱਸਿਆ ਕਿ ਬੀਪੀ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਅਧਰੰਗ ਦਾ ਅਟੈਕ ਹੋ ਗਿਆ। ਹੁਣ ਨਾ ਉਹ ਤੁਰ ਸਕਦੇ ਸੀ ਤੇ ਨਾ ਹੀ ਬੋਲ ਸਕਦੇ ਸੀ, ਬਸ ਇੱਕ ਹੱਥ ਹਿੱਲਦਾ ਸੀ। ਕੁਝ ਦਿਨ ਉਹਨਾਂ ਨੂੰ ਉੱਥੇ ਹਸਪਤਾਲ ਰੱਖਿਆ ਤੇ ਫਿਰ ਘਰ ਲੈ ਆਏ। ਮੈਂ ਉਹਨਾਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ। ਉਹ ਬਸ ਉਂਗਲ ਕਰਕੇ ਇਸ਼ਾਰਾ ਹੀ ਕਰਦੇ ਸੀ। ਮੈਨੂੰ ਬਹੁਤ ਬੁਰਾ ਲੱਗਦਾ ਸੀ ਕਿ ਉਹਨਾਂ ਦੀ ਇਹ ਹਾਲਤ ਦੇਖ ਕੇ। ਆਖਿਰਕਾਰ ਮੇਰਾ ਪਤੀ ਸੀ, ਭਾਵੇਂ ਜਿਵੇਂ ਦਾ ਮਰਜ਼ੀ ਸੀ। ਮੈਂ ਆਪਣੇ ਪਤੀ ਦੀ ਸੇਵਾ ਵੀ ਕਰਦੀ ਸੀ ਤੇ ਨਾਲ ਨੌਕਰੀ ਵੀ ਕਰਦੀ। ਫਿਰ ਮੈਂ ਇੱਕ ਨੌਕਰਾਣੀ ਰੱਖ ਲਈ, ਕਿਉਂਕਿ ਸਾਰਾ ਦਿਨ ਕੰਮ ਤੇ ਰਹਿਣਾ ਤੇ ਬਿਮਾਰ ਬੰਦੇ ਨੂੰ ਸੰਭਾਲਣਾ ਮੇਰੇ ਵੱਸ ਦਾ ਨਹੀਂ ਸੀ। ਇੱਕ ਦਿਨ ਮੇਰੇ ਪਤੀ ਨੇ ਇੱਕ ਅਜੀਬ ਜਿਹਾ ਇਸ਼ਾਰਾ ਕੀਤਾ। ਅਜੀਬ ਮਤਲਬ ਉਹਨਾਂ ਦੇ ਬਾਕੀ ਇਸ਼ਾਰਿਆਂ ਨੂੰ ਤਾਂ ਮੈਂ ਸਮਝਦੀ ਸੀ, ਜਿਵੇਂ ਕੁਝ ਖਾਣਾ, ਬਾਥਰੂਮ ਜਾਣਾ, ਪਰ ਇਹ ਥੋੜਾ ਅਲੱਗ ਸੀ। ਪਹਿਲਾਂ ਤਾਂ ਮੈਂ ਸਮਝੀ ਨਹੀਂ, ਫਿਰ ਕਹਾ, ਸਟੋਰ ਰੂਮ ਕਹਿੰਦੇ ਹੋ? ਅੱਖਾਂ ਨਾਲ ਇਸ਼ਾਰਾ ਕੀਤਾ। ਮੈਂ ਕਿਹਾ, ਸਟੋਰ ਰੂਮ ਵਿੱਚ ਜਾਣਾ ਹੈ? ਤਾਂ ਕਹਿੰਦੇ ਨਹੀਂ। ਮੇਰੇ ਪਤੀ ਨੂੰ ਹੁਣ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਔਖੇ ਟਾਈਮ ਪਤਨੀ ਹੀ ਕੰਮ ਆਉਂਦੀ ਹੈ। ਉਹ ਸਟੋਰ ਰੂਮ ਵੱਲ ਇਸ਼ਾਰਾ ਕਰਦੇ ਤੇ ਰੋਣ ਲੱਗ ਜਾਂਦੇ। ਮੈਂ ਕਈ ਵਾਰ ਸਟੋਰ ਰੂਮ ਵਿੱਚ ਗਈ, ਪਰ ਉੱਥੇ ਕੁਝ ਨਹੀਂ ਸੀ ਸਿਵਾਏ ਫਾਲਤੂ ਦੇ ਸਮਾਨ ਦੇ।
ਸਾਡੇ ਵਿਆਹ ਨੂੰ 4 ਸਾਲ ਹੋ ਗਏ ਸੀ ਤੇ ਉਹਨੇ ਮੈਨੂੰ ਇਹਨਾਂ 4 ਸਾਲਾਂ ਵਿੱਚ ਬਹੁਤ ਪਰੇਸ਼ਾਨ ਕੀਤਾ ਸੀ। ਰੋਜ਼ ਕੁੱਟਣਾ ਤੇ ਗਾਲਾਂ ਕੱਢਣੀਆਂ। ਮੈਂ ਉਸ ਨੂੰ ਮਾਫ਼ ਕਰ ਦਿੱਤਾ ਸੀ ਕਿਉਂਕਿ ਰੱਬ ਨੇ ਉਹਨੂੰ ਸਜ਼ਾ ਦੇ ਦਿੱਤੀ ਸੀ। ਫਿਰ ਮੈਂ ਕੌਣ ਹੁੰਦੀ ਸੀ ਸਜ਼ਾ ਦੇਣ ਵਾਲੀ। ਮੈਂ ਉਹਨਾਂ ਨੂੰ ਬਹੁਤ ਹਸਪਤਾਲਾਂ ਵਿੱਚ ਦਿਖਾਇਆ ਪਰ ਕਿਤੋਂ ਕੋਈ ਉਮੀਦ ਨਾ ਮਿਲੀ। ਮੇਰਾ ਪਤੀ ਬਸ ਸਟੋਰ ਰੂਮ ਵੱਲ ਹੀ ਇਸ਼ਾਰਾ ਕਰਦਾ ਰਹਿੰਦਾ ਸੀ। ਉਹ ਬਹੁਤ ਪਰੇਸ਼ਾਨ ਰਹਿਣ ਲੱਗ ਗਿਆ ਸੀ ਤੇ ਉਸ ਦਾ ਖਾਣਾ ਪੀਣਾ ਵੀ ਨਾ ਮਾਤਰ ਸੀ। ਇੱਕ ਦਿਨ ਜਦੋਂ ਮੈਂ ਸਵੇਰ ਨੂੰ ਉੱਠੀ ਤਾਂ ਆਪਣੇ ਪਤੀ ਨੂੰ ਉਠਾਇਆ ਤਾਂ ਉਹ ਅੱਖਾਂ ਨਹੀਂ ਖੋਲ ਰਿਹਾ ਸੀ ਤੇ ਸਾਰਾ ਸਰੀਰ ਠੰਡਾ ਪੈ ਗਿਆ ਸੀ। ਮੈਂ ਡਾਕਟਰ ਕੋਲ ਲੈ ਕੇ ਗਈ ਤਾਂ ਉਸ ਨੇ ਕਿਹਾ ਇਹ ਤਾਂ ਰਾਤ ਦੇ ਹੀ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਹਨ। ਮੈਨੂੰ ਬਹੁਤ ਦੁੱਖ ਹੋਇਆ। ਜਿਵੇਂ ਦਾ ਵੀ ਸੀ ਮੇਰਾ ਪਤੀ ਸੀ, ਐਦਾਂ ਲੱਗਦਾ ਸੀ ਮੇਰਾ ਕੋਈ ਹੈ, ਭਾਵੇਂ ਨਾਮ ਦਾ ਹੀ ਸੀ। ਮੰਮੀ ਪਾਪਾ ਤਾਂ ਮੈਨੂੰ ਪਹਿਲਾਂ ਹੀ ਛੱਡ ਕੇ ਚਲੇ ਗਏ ਸੀ। ਮੈਂ ਹੁਣ ਬਹੁਤ ਇਕੱਲੀ ਹੋ ਗਈ ਸੀ। ਸਾਰਾ ਦਿਨ ਘਰ ਵਿੱਚ ਇਕੱਲੀ ਬੈਠੀ ਰਹਿਣਾ, ਉੱਦਾਂ ਹੀ ਕੋਈ ਕੰਮ ਲੱਭ ਕੇ ਹੱਥ ਪੈਰ ਮਾਰਦੀ ਰਹਿਣਾ। ਫਿਰ ਮੈਂ ਬਾਹਰ ਆਉਣਾ ਜਾਣਾ ਵੀ ਬੰਦ ਕਰ ਦਿੱਤਾ ਸੀ ਤੇ ਨੌਕਰੀ ਵੀ ਛੱਡ ਦਿੱਤੀ ਸੀ। ਮੈਂ ਵੀ ਬਹੁਤ ਬਿਮਾਰ ਰਹਿਣ ਲੱਗ ਗਈ ਸੀ। ਸਾਡਾ ਮਕਾਨ ਵੀ ਕਿਰਾਏ ਦਾ ਸੀ। ਇੱਕ ਦਿਨ ਮਕਾਨ ਮਾਲਕ ਆਇਆ ਤੇ ਕਹਿਣ ਲੱਗਾ ਘਰ ਦਾ ਕਿਰਾਇਆ ਦੇਵੋ ਨਹੀਂ ਤਾਂ ਮਕਾਨ ਖਾਲੀ ਕਰ ਦੇਵੋ। ਮੈਂ ਉਹਦੇ ਅੱਗੇ ਰੋਣ ਲੱਗ ਪਈ ਕਿ ਮੈਂ ਕਿੱਥੇ ਜਾਊਂਗੀ। ਫਿਰ ਉਹ ਥੋੜਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਜੇ ਤੂੰ ਚਾਹੇ ਤਾਂ ਬਿਨਾਂ ਕਿਰਾਏ ਤੋਂ ਵੀ ਰਹਿ ਸਕਦੀ ਹੈ ਪਰ ਮੇਰੀ ਹਰ ਗੱਲ ਮੰਨਣੀ ਪਏਗੀ। ਤੇ ਉਹਨੇ ਮੇਰੇ ਮੋਢੇ ਤੇ ਹੱਥ ਰੱਖ ਲਿਆ। ਮੈਂ ਇੱਕਦਮ ਪਿੱਛੇ ਹਟ ਗਈ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਆਪਣੇ ਮਰੇ ਹੋਏ ਪਤੀ ਨਾਲ ਗਿਲਾ ਕਰਨ ਲੱਗ ਗਈ ਕਿ ਇੱਕ ਘਰ ਤਾਂ ਮੇਰੇ ਨਾਮ ਕਰ ਜਾਂਦੇ ਜਿੱਥੇ ਮੈਂ ਆਪਣੀ ਇੱਜ਼ਤ ਬਚਾ ਕੇ ਬੈਠੀ ਰਹਿੰਦੀ। ਮੈਂ ਸੋਚਿਆ ਕਿ ਘਰ ਦਾ ਸਮਾਨ ਵੇਚ ਕੇ ਕਿਰਾਇਆ ਦੇ ਦੇਵਾਂਗੀ। ਮੈਂ ਸਟੋਰ ਰੂਮ ਵਿੱਚ ਵਾਧੂ ਸਮਾਨ ਦੇਖਣ ਲੱਗੀ ਤੇ ਅਚਾਨਕ ਮੇਰੀ ਨਜ਼ਰ ਇੱਕ ਲੱਕੜ ਦੇ ਟਰੰਕ ਤੇ ਪਈ ਜਿਸ ਨੂੰ ਜਿੰਦਾ ਲੱਗਿਆ ਹੋਇਆ ਸੀ। ਮੈਂ ਜਿੰਦਾ ਤੋੜ ਕੇ ਟਰੰਕ ਖੋਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ। ਉਹਦੇ ਵਿੱਚ ਬਹੁਤ ਸਾਰੇ ਪੈਸੇ ਤੇ ਸੋਨੇ ਦੇ ਗਹਿਣੇ ਸੀ। ਵਿੱਚ ਇੱਕ ਚਿੱਠੀ ਵੀ ਲਿਖੀ ਹੋਈ ਸੀ ਜਿਸ ਤੇ ਲਿਖਿਆ ਸੀ ਕਿ ਇਹ ਮੇਰੀ ਸਾਰੀ ਉਮਰ ਦੀ ਕਮਾਈ ਹੈ ਤੇ ਔਖੇ ਟਾਈਮ ਵਿੱਚ ਲੋੜ ਪੈਣ ਤੇ ਵਰਤਣ ਨੂੰ ਰੱਖੀ ਹੋਈ ਹੈ। ਹੁਣ ਮੈਂ ਸਮਝ ਗਈ ਸੀ ਕਿ ਮੇਰਾ ਪਤੀ ਕਿਉਂ ਸਟੋਰ ਰੂਮ ਵੱਲ ਇਸ਼ਾਰਾ ਕਰਦਾ ਸੀ। ਉਹ ਮੈਨੂੰ ਆਪਣੀ ਸਾਰੀ ਦੌਲਤ ਦੇਣਾ ਚਾਹੁੰਦਾ ਸੀ। ਮਰਦੇ ਹੋਏ ਮੇਰੀ ਸੇਵਾ ਦੇ ਕੇ ਸ਼ਾਇਦ ਉਹਨਾਂ ਨੂੰ ਯਕੀਨ ਹੋ ਗਿਆ ਸੀ ਕਿ ਮੈਂ ਹੀ ਔਖੇ ਟਾਈਮ ਵਿੱਚ ਉਹਨਾਂ ਦਾ ਸਾਥ ਦਿੱਤਾ। ਮੇਰੀ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਮੈਂ ਆਪਣੇ ਪਤੀ ਦਾ ਧੰਨਵਾਦ ਕੀਤਾ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਮੈਂ ਸਾਰੇ ਪੈਸੇ ਤੇ ਆਪਣਾ ਸਮਾਨ ਇੱਕ ਬੈਗ ਵਿੱਚ ਪਾ ਲਿਆ ਤੇ ਸ਼ਹਿਰ ਛੱਡ ਕੇ ਕਿਸੇ ਦੂਸਰੇ ਸ਼ਹਿਰ ਵਿੱਚ ਚਲੇ ਗਈ। ਸਭ ਤੋਂ ਪਹਿਲਾਂ ਮੈਂ ਇੱਕ ਆਪਣਾ ਘਰ ਖਰੀਦਿਆ। ਹੁਣ ਮੇਰੇ ਕੋਲ ਸਭ ਕੁਝ ਸੀ, ਪੈਸੇ ਦੀ ਕੋਈ ਕਮੀ ਨਹੀਂ ਸੀ। ਮੇਰੀ ਜ਼ਿੰਦਗੀ ਵੀ ਬਹੁਤ ਵਧੀਆ ਚੱਲ ਰਹੀ ਸੀ। ਮੈਂ ਦੂਜਾ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਹਾਲਾਂਕਿ ਮੇਰੀ ਉਮਰ 24 ਸਾਲ ਦੀ ਸੀ। ਮੈਂ ਬਹੁਤ ਪੜ੍ਹੀ ਲਿਖੀ ਨਹੀਂ ਸੀ ਕਿਉਂਕਿ ਮੇਰਾ ਵਿਆਹ ਘਰਦਿਆਂ ਨੇ ਜਲਦੀ ਕਰ ਦਿੱਤਾ ਸੀ ਤੇ ਘਰ ਵਿੱਚ ਗਰੀਬੀ ਬਹੁਤ ਸੀ, ਇਸ ਲਈ ਮੈਂ ਬਹੁਤਾ ਪੜ੍ਹ ਲਿਖ ਨਹੀਂ ਸਕੀ ਸੀ। ਹੁਣ ਮੇਰੇ ਕੋਲ ਬਹੁਤ ਪੈਸਾ ਸੀ ਤੇ ਮੈਂ ਅੱਗੇ ਪੜ੍ਹਾਈ ਕਰਕੇ ਆਪਣੇ ਪੈਰਾਂ ਤੇ ਖੜੇ ਹੋਣ ਦਾ ਸੋਚਿਆ ਕਿਉਂਕਿ ਅੱਜ ਪੈਸਾ ਹੈ, ਕੱਲ੍ਹ ਦਾ ਕੀ ਪਤਾ। ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਸੀ, ਬਸ ਇਕੱਲਾਪਨ ਸੀ। ਸੋ ਦੋਸਤੋ, ਜੇ ਜ਼ਿੰਦਗੀ ਵਿੱਚ ਦੁੱਖ ਆਉਂਦੇ ਹਨ ਤਾਂ ਇੱਕ ਦਿਨ ਸੁੱਖ ਦਾ ਦਿਨ ਵੀ ਜ਼ਰੂਰ ਆਉਂਦਾ ਹੈ। ਇਸ ਲਈ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।